कोरोना वायरस की बीमारी के दरम्यान भारत की सरकार कह लीए ਜਾਂ ਫਿਰ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਕੋਈ ਹੀ ਸਰਕਾਰ ਹੈ ਜਿਸਨੇ ਚੰਗੇ ਤਰੀਕੇ ਦੇ ਨਾਲ ਲੋਕਾਂ ਨੂੰ ਸਾਂਭਿਆ ਹੈ, ਮਰੀਜ਼ਾਂ ਨੂੰ ਸਾਂਭਿਆ ਹੈ, ਉਹਨਾਂ ਦੀ ਹਰ ਚੀਜ਼ ਦਾ ਖਿਆਲ ਰੱਖਿਆ। ਪਰ ਇਸ ਦੁਨੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਆਪਣੇ ਲੋਕਾਂ ਨੂੰ ਆਪ ਹੀ ਸਾਂਭ ਰਹੀਆਂ ਨੇ। ਦੁਆਬੇ ਦੇ ਨਵਾਂ ਸ਼ਹਿਰ ਦੀ ਗੱਲ ਕਰ ਲਈਏ ਤਾਂ ਇੱਥੇ ਗੁਰੂ ਕੀ ਰਸੋਈ ਚੱਲ ਰਹੀ ਹੈ। ਗੁਰੂ ਕੀ ਰਸੋਈ ਹੈ ਜਿਹੜੀ ਉਹ ਕੋਵਿਡ ਦੇ ਦੌਰਾਨ ਲੋਕਾਂ ਨੂੰ ਭੋਜਨ ਦੀ ਸਹਾਇਤਾ ਦੇ ਰਹੀ ਹੈ। ਸਾਡੇ ਨਾਲ ਗੁਰੂ ਕੀ ਰਸੋਈ ਚਲਾਉਣ ਵਾਲੇ ਜਿਹੜੇ ਪ੍ਰਬੰਧਕ ਹੈਗੇ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਕੀ ਨਾਮ ਹੈ ਭਾਈ ਸਾਹਿਬ? ਸੁਰਜੀਤ ਸਿੰਘ। ਕੀ ਸੇਵਾ ਜਿਹੜੀ ਉਹ ਤੁਸੀਂ ਕੋਵਿਡ ਦੇ ਦੌਰਾਨ ਲੋਕਾਂ ਨੂੰ ਦੇ ਰਹੇ ਹੋ? ਕੋਵਿਡ ਦੇ ਦੌਰਾਨ ਐਕਚੁਅਲੀ ਮੈਂ ਜਿਹਦੀ ਬੈਕਗਰਾਊਂਡ 'ਤੇ ਜਾਵਾਂ ਤਾਂ ਬਹੁਤ ਟਾਈਮ ਲੱਗੇਗਾ ਦੱਸਣ ਲਈ। ਅਸੀਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਸੇਵਾਵਾਂ ਆਰੰਭ ਕੀਤੀਆਂ ਸੀ। ਉਸ ਤੋਂ ਬਾਅਦ ਕੋਵਿਡ ਸਟਾਰਟ ਹੋਇਆ। ਕੋਵਿਡ ਦੇ ਵਿੱਚ ਸਾਡੀ ਜਿਹੜੀ ਸੰਸਥਾ ਸੀ ਪਹਿਲੇ ਹੁਣ ਵੀ ਚੱਲ ਰਹੀ ਹੈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਉੱਥੋਂ ਅਸੀਂ ਲੋਕਾਂ ਨੂੰ ਰਾਸ਼ਨ, ਲੋੜਵੰਦਾਂ ਨੂੰ ਕੱਪੜੇ, ਮਾਸਕ ਔਰ ਉਸ ਤੋਂ ਇਲਾਵਾ ਮੈਡੀਸਨ, ਹੋਮੋਪੈਥਿਕ ਮੈਡੀਸਨ ਤਕਰੀਬਨ ਜਿਸ ਤਰ੍ਹਾਂ ਦੀ ਵੀ ਕਿਸੇ ਨੂੰ ਚੀਜ਼ ਦੀ ਜ਼ਰੂਰਤ ਸੀ, ਜਿਸ ਤਰ੍ਹਾਂ ਦੀ ਸੇਵਾ ਦੀ ਜ਼ਰੂਰਤ ਸੀ, ਅਸੀਂ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅਤੇ ਤਕਰੀਬਨ 1 ਸਾਲ ਇਹ ਸੇਵਾਵਾਂ ਚੱਲਦੀਆਂ ਰਹੀਆਂ। ਇਸ ਦੇ ਨਾਲ ਇੱਕ ਡਿਸਪੈਂਸਰੀ ਬਣਾਈ ਗਈ, ਇੱਕ ਲੈਬੋਰਟਰੀ ਰਾਹੋਂ ਦੇ ਵਿੱਚ ਹੋਰ ਸੇਵਾਵਾਂ ਚੱਲ ਰਹੀਆਂ ਨੇ। ਜਦੋਂ ਕੋਵਿਡ ਦੀ ਪਹਿਲੀ ਲਹਿਰ ਆਈ ਹੈ ਉਦੋਂ ਤੋਂ ਲੈ ਕੇ ਤੁਸੀਂ ਸੇਵਾ ਕਰ ਰਹੇ ਹੋ? ਉਦੋਂ ਤੋਂ ਲਗਾਤਾਰ ਰੈਗੂਲਰ ਸੇਵਾ ਚੱਲ ਰਹੀ ਹੈ, ਇੱਕ ਦਿਨ ਵੀ ਬ੍ਰੇਕ ਨਹੀਂ ਪਿਆ। ਤੇ ਹੁਣ ਇਸ ਵਕਤ ਲੋਕਾਂ ਨੂੰ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਹੈ ਤੇ ਕਿਹੜੀ ਚੀਜ਼ ਦੀ ਡਿਮਾਂਡ ਆ ਰਹੀ ਹੈ ਤੁਹਾਡੇ ਕੋਲ? ਦੇਖੋ, ਇਸ ਵਕਤ ਜਦੋਂ ਸੈਕਿੰਡ ਲਹਿਰ ਆਈ ਹੈ ਕੋਵਿਡ ਦੀ, ਉਹਦੇ ਵਿੱਚ ਅਸੀਂ ਮਹਿਸੂਸ ਕੀਤਾ ਕਿ ਲੋਕਾਂ ਨੂੰ ਮੈਡੀਸਨ ਔਰ ਉਹਦੇ ਨਾਲ ਟਾਈਮਲੀ ਵੈਕਸੀਨੇਸ਼ਨ ਔਰ ਹੋਰ ਵੀ ਲੋਕਾਂ ਨੂੰ ਇਹਦੇ ਬਾਰੇ ਨੌਲੇਜ ਜ਼ਿਆਦਾ। ਅਤੇ ਆਮ ਤੌਰ 'ਤੇ ਡਾਕਟਰ ਅਸੀਂ ਇੱਕ ਤਾਂ ਉਹ ਜਿਹੜੀ ਆਪਣੀ ਡਿਸਪੈਂਸਰੀ ਸੀ ਉਹਨੂੰ ਮਤਲਬ ਥੋੜ੍ਹਾ ਇਨਹਾਂਸ ਕਰਕੇ ਉਹਦਾ ਅਸੀਂ ਕਰ ਰਹੇ ਹਾਂ, ਫੁੱਲ ਟਾਈਮ ਡਿਸਪੈਂਸਰੀ ਚਲਾ ਰਹੇ ਹਾਂ। ਬਲੱਡ ਟੈਸਟਿੰਗ ਚੱਲ ਰਹੀ ਹੈ। ਔਰ ਇਹ ਡਿਸਪੈਂਸਰੀ ਮਤਲਬ ਜਿਹੜੇ ਕੋਵਿਡ ਤੋਂ ਬਿਨਾਂ ਦੂਸਰੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਹੈ? ਦੇਖੋ, ਕੋਵਿਡ ਦੇ ਜਿਹੜੇ ਪੇਸ਼ੈਂਟ ਆ ਉਹ ਓਫੀਸ਼ੀਅਲੀ ਤਾਂ ਕਿਸੇ ਬਾਹਰ ਡਿਸਪੈਂਸਰੀ ਜਾ ਨਹੀਂ ਸਕਦੇ, ਉਹਨਾਂ ਲਈ ਆਥੋਰਾਈਜ਼ ਸੈਂਟਰ ਨੇ, ਉੱਥੇ ਹੀ ਜਾਣਗੇ। ਮਗਰ ਕਈ ਲੋਕ ਜਿਨ੍ਹਾਂ ਨੂੰ ਮਾੜਾ ਮੋਟਾ ਸ਼ੱਕ ਵੀ ਹੁੰਦਾ ਹੈ ਕਿ ਸਾਨੂੰ ਇੱਦਾਂ ਦੀ ਚੀਜ਼ ਹੈ ਤਾਂ ਨਹੀਂ ਹੈ, ਚਾਹੇ ਉਹਨਾਂ ਨੂੰ ਸਿੰਪਲ ਬੁਖਾਰ ਹੀ ਹੋਵੇ, ਚਾਹੇ ਨਮੂਨੀਆ ਹੋਵੇ, ਉਹ ਜਿਸ ਤਰ੍ਹਾਂ ਦੀਆਂ ਦਵਾਈਆਂ ਲੈਣ ਲਈ ਅਸੀਂ ਉਹਨਾਂ ਨੂੰ ਆਉਂਦੇ ਹਾਂ। ਅਗਰ ਸਾਨੂੰ ਕੋਈ ਸ਼ੱਕੀ ਮਰੀਜ਼ ਲੱਗਦਾ ਹੈ, ਕੋਈ ਡਾਊਟਫੁਲ ਲੱਗਦਾ ਤਾਂ ਉਹਨੂੰ ਇਮੀਡੀਏਟਲੀ ਸਿਵਲ ਹਸਪੀਟਲ ਜਾਂ ਬਾਹਰ ਜੋ ਆਥੋਰਾਈਜ਼ ਸੈਂਟਰ ਉੱਥੇ ਲਈ ਅਸੀਂ ਭੇਜਣ ਲਈ ਉਹਨਾਂ ਨੂੰ ਕਹਿੰਦੇ ਹਾਂ। ਤੁਸੀਂ ਹੁਣੇ ਵੈਕਸੀਨੇਸ਼ਨ ਦਾ ਵੀ ਨਾਮ ਲਿਆ ਸੀ ਸੇਵਾਵਾਂ ਦੇ ਵਿੱਚ। ਵੈਕਸੀਨੇਸ਼ਨ ਲਈ ਤੁਸੀਂ ਪ੍ਰੇਰਿਤ ਕਰਦੇ ਹੋ ਜਾਂ ਵੈਕਸੀਨੇਸ਼ਨ ਦਾ ਪ੍ਰਬੰਧ ਕਰਦੇ ਹੋ? ਦੋਨੋਂ ਚੀਜ਼ਾਂ ਹਨ ਜੀ। ਪਹਿਲੇ ਵੈਕਸੀਨੇਸ਼ਨ ਲਈ ਪ੍ਰੇਰਨਾ ਸੀ ਕਿਉਂਕਿ ਜਦੋਂ ਕੈਂਪ ਜਿਹੜੇ ਲੱਗਦੇ ਸੀ ਸਿਵਲ ਹਸਪੀਟਲ ਲੱਗਦੇ ਸੀ, ਬਾਹਰ ਨਹੀਂ ਸੀ ਲੱਗਦੇ। ਜਦੋਂ ਉਹਨਾਂ ਨੇ ਬਾਹਰ ਕੈਂਪ ਲਗਾਉਣੇ ਸ਼ੁਰੂ ਕੀਤੇ ਅਤੇ ਅਸੀਂ ਲਗਾਤਾਰ ਆਪਣੇ ਕੰਪਲੈਕਸ ਦੇ ਵਿੱਚ ਗੁਰੂ ਨਾਨਕ ਮਿਸ਼ਨ ਸੇਵਾ ਕੰਪਲੈਕਸ ਚੰਡੀਗੜ੍ਹ ਰੋਡ 'ਤੇ ਹੈ, ਉੱਥੇ ਅਸੀਂ 4 ਕੈਂਪ ਰੀਸੈਂਟਲੀ ਅਜੇ ਪਰਸੋਂ ਚੌਥੇ ਕੈਂਪ ਹੋਰ ਲੱਗ ਕੇ ਹਟਿਆ। ਅਤੇ ਹੁਣ ਸਾਡੇ ਉੱਥੇ ਰੈਗੂਲਰ ਜਿਹੜੇ ਵੈਕਸੀਨੇਸ਼ਨ ਦੇ ਕੈਂਪ ਚੱਲਦੇ ਨੇ ਔਰ ਤਕਰੀਬਨ ਇੱਕ ਦਿਨ 150, 200, 250 ਬੰਦਾ ਉੱਥੇ ਵੈਕਸੀਨੇਸ਼ਨ ਕਰਵਾਉਂਦਾ ਹੈ। ਅਤੇ ਗੁਰੂ ਕੀ ਰਸੋਈ ਹੈ ਜਿਹੜੀ ਜਿਹਦੇ ਰਾਹੀਂ ਤੁਸੀਂ ਭੋਜਨ ਦੀ ਸੇਵਾ ਕਰਦੇ ਹੋ ਖਾਸ ਤੌਰ 'ਤੇ, ਉਹਦੇ ਬਾਰੇ ਜ਼ਰੂਰ ਦੱਸੋ ਵੀ ਉਹ ਕਿਵੇਂ ਤੁਸੀਂ ਲੋਕਾਂ ਤੱਕ ਸੰਪਰਕ ਕਰਦੇ ਹੋ ਜਾਂ ਲੋਕ ਤੁਹਾਨੂੰ ਸੰਪਰਕ ਕਰਦੇ ਨੇ, ਕੀ ਸੇਵਾ ਦਿੰਦੇ ਹੋ? ਤੁਹਾਡਾ ਐਕਚੁਅਲੀ ਜਿਹੜਾ ਸਵਾਲ ਸੀ ਬੇਸਿਕਲੀ ਇਸੇ 'ਤੇ ਹੀ ਸੀਗਾ। ਮੈਂ ਉਸੇ 'ਤੇ ਆਉਣ ਲੱਗਿਆ ਸੀ ਕਿਉਂਕਿ ਉਹ ਸੇਵਾਵਾਂ ਚੱਲਣ ਦੇ ਨਾਲ ਨਾਲ ਅਸੀਂ ਮਹਿਸੂਸ ਕੀਤਾ ਕਿ ਲੋਕਾਂ ਦੀ ਆਰਥਿਕ ਹਾਲ ਇੰਨੀ ਮਾੜੀ ਹੋ ਗਈ ਹੈ ਔਰ ਉਹਨਾਂ ਨੂੰ ਖਾਣੇ ਦੀ ਵੀ ਮੁਸ਼ਕਿਲ ਹੈ। ਖਾਸ ਕਰਕੇ ਅਸੀਂ ਬਾਹਰ ਜਾ ਕੇ ਮਹਿਸੂਸ ਕੀਤਾ ਕਿ ਜਿਹੜੇ ਬਜ਼ੁਰਗ ਹੈ, ਕੁਛ ਘਰਾਂ ਦੇ ਹਾਲਾਤਾਂ ਕਰਕੇ ਕੁਛ ਮਤਲਬ ਬੱਚੇ ਵੀ ਅੱਜ ਬਜ਼ੁਰਗਾਂ ਨੂੰ ਸੰਭਾਲਣ ਲਈ ਤਿਆਰ ਨਹੀਂ ਹੈ। ਖਾਸ ਕਰਕੇ ਜਿਹੜੇ 70+ ਦੇ ਬਜ਼ੁਰਗ ਹੈ ਉਹਨਾਂ ਨੂੰ ਅਸੀਂ ਪਿੰਡਾਂ ਜਾ ਕੇ ਦੇਖਿਆ, ਬਹੁਤ ਮਾੜੀ ਹਾਲਤ ਸੀ। ਉਹਦੇ ਲਈ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਬਾਹਰ ਕੈਨੇਡਾ 'ਚ ਸਰਦਾਰ ਗੁਰਜਿੰਦਰ ਸਿੰਘ ਜੀ ਨੇ, ਪਿੰਡ ਚੇਲਾ ਉਹਨਾਂ ਦਾ ਮੰਨਣਹਾਰਾਂ ਦੇ ਨਾਲ ਹੀ ਹੈ। ਉਹਨਾਂ ਨੇ ਇੱਕ ਪਿਛਲੇ 4 ਸਾਲਾਂ ਤੋਂ ਉਹਨਾਂ ਨੇ ਵੀ ਇੱਕ ਸੰਸਥਾ ਚਲਾਈ ਹੈ, ਇੱਕ ਸੇਵਾ ਚਲਾਈ ਹੈ। ਉਹ ਸੇਵਾਵਾਂ ਹਰ ਤਰ੍ਹਾਂ ਦੀਆਂ ਕਰਦੇ ਸੀ, ਮਗਰ ਉਹਨਾਂ ਹੁਣ ਮਹਿਸੂਸ ਕੀਤਾ ਕਿ ਇਹ ਜਿਹੜੀ ਸੇਵਾ ਹੈ ਇਹ ਬਹੁਤ ਜ਼ਰੂਰੀ ਹੈ ਬਜ਼ੁਰਗਾਂ ਨੂੰ, ਵਿਕਲਾਂਗ ਵਿਅਕਤੀਆਂ ਨੂੰ, ਅੰਗਹੀਣਾਂ ਨੂੰ ਔਰ ਕੋਵਿਡ ਪੇਸ਼ੈਂਟ ਜਿਨ੍ਹਾਂ ਦੇ ਘਰ ਉਹਨੂੰ ਖਾਣਾ ਦੇਣ ਲਈ ਤਿਆਰ ਨਹੀਂ। ਈਵਨ ਸਿਵਲ ਹਸਪਤਾਲ ਦੇ ਵਿੱਚ ਪੇਸ਼ੈਂਟ ਐਡਮਿਟ ਹੈ ਤਾਂ ਘਰ ਦੇ ਡਰਦੇ ਉੱਥੇ ਖਾਣਾ ਨਹੀਂ ਲੈ ਕੇ ਜਾਂਦੇ ਕਿਉਂਕਿ ਕਿਤੇ ਸਾਨੂੰ ਕੁਛ ਨਾ ਹੋ ਜਾਏ। ਤਾਂ ਉਹਨਾਂ ਲਈ ਇਹ ਸੇਵਾ ਮੁੱਖ ਰੱਖਦਿਆਂ ਪਹਿਲਾਂ 2 ਮਹੀਨੇ ਪਹਿਲਾਂ ਉਹਨਾਂ ਨੇ ਆਪਣੇ ਜੱਦੀ ਪਿੰਡ ਚੇਲਾ 'ਚ ਸੇਵਾ ਚਲਾਈ ਸੀ ਗੁਰੂ ਕੀ ਰਸੋਈ, ਔਰ 1 ਮਹੀਨੇ ਤੋਂ ਇਹ ਨਵਾਂ ਸ਼ਹਿਰ ਦੇ ਵਿੱਚ ਪਿਛਲੀ 28 ਅਪ੍ਰੈਲ ਤੋਂ ਚੱਲ ਰਹੀ ਹੈ। ਉਹਦੇ ਵਿੱਚ ਜਿੰਨੇ ਬੇਸਹਾਰਾ ਪਰਿਵਾਰ ਨੇ, ਅੰਗਹੀਣ ਪਰਿਵਾਰ ਨੇ ਜਾਂ ਜਿਹੜੇ ਮੈਨੇਜ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਦੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਚਾਹੀ ਕੋਵਿਡ ਨਾਲ ਰਿਲੇਟਡ ਪਰਿਵਾਰ ਨੇ, ਈਵਨ ਸਿਵਲ ਹਸਪਤਾਲ ਦੇ ਜਿੰਨੇ ਕੋਵਿਡ ਰਿਲੇਟਡ ਪੇਸ਼ੈਂਟ ਨੇ, ਉਹਨਾਂ ਸਾਰਿਆਂ ਨੂੰ ਹੀ ਇਹ ਭੋਜਨ ਤੁਸੀਂ ਪਹੁੰਚਾਉਣੇ ਕਿੱਦਾਂ ਹੋ? ਮੇਰਾ ਇਹ ਸਵਾਲ ਮੈਂ ਉਹੀ ਦੱਸਣ ਜਾ ਰਿਹਾ ਜੀ। ਐਕਚੁਅਲੀ ਇੱਕ ਰਸੋਈ ਬਣਾਈ ਹੈ, ਕਿਚਨ ਹੈ, ਉਹਦੇ 'ਚ ਖਾਣਾ ਤਿਆਰ ਹੁੰਦਾ। ਖਾਣਾ ਤਿਆਰ ਕਰਕੇ ਟਿਫਨ ਸਾਡੇ ਕੋਲ ਤਕਰੀਬਨ 300 350 ਦੇ ਕਰੀਬ ਟਿਫਨ ਨੇ। ਫਿਲਹਾਲ ਸਾਡੇ ਕੋਲ 70 ਲੋਕਾਂ ਨੂੰ ਜਿਹੜਾ ਖਾਣਾ ਘਰ 'ਚ ਪਹੁੰਚਦਾ ਹੈ।
ਤੇ 10 12 ਪੇਸ਼ੈਂਟ ਇੱਦਾਂ ਦੇ ਨੇ ਜਿਹੜੇ ਐਡਮਿਟ ਨੇ, ਘਰਾਂ 'ਚ ਆਈਸੋਲੇਟ ਨੇ, ਉਹਨਾਂ ਨੂੰ ਵੀ ਉਹਨਾਂ ਨੂੰ ਡਿਸਪੋਜ਼ੇਬਲ 'ਚ ਖਾਣਾ ਭੇਜੀਦਾ। ਸਿਵਲ ਹਸਪਤਾਲ ਵੀ ਡਿਸਪੋਜ਼ੇਬਲ ਬਰਤਨ 'ਚ ਖਾਣਾ ਭੇਜੀਦਾ, ਕਿਉਂਕਿ ਆਪਾਂ ਉਹਨਾਂ ਨੂੰ ਟਿਫਨ ਹੀ ਯੂਜ਼ ਕਰਨਾ ਚਾਹੁੰਦੇ ਤਾਂ ਕਿ ਉੱਥੋਂ ਕੋਈ ਇਨਫੈਕਸ਼ਨ ਵਗੈਰਾ ਨਾ ਕ੍ਰੀਏਟ ਹੋਵੇ। ਹੁਣ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ 20 ਤੋਂ ਲੈ ਕੇ 25 ਬੰਦਿਆਂ ਦਾ ਖਾਣਾ ਜੋ ਸਿਵਲ ਹਸਪਤਾਲ ਜਾਂਦਾ ਹੈ, 10 ਬੰਦਿਆਂ ਦਾ ਖਾਣਾ ਜਿਹੜੇ ਘਰ 'ਚ ਆਈਸੋਲੇਟ ਨੇ ਉਹਨਾਂ ਦਾ ਜਾਂਦਾ ਹੈ, ਔਰ 70 ਦੇ ਕਰੀਬ ਜਿਹੜੇ ਸਾਡੇ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਨੂੰ, ਵਿਕਲਾਂਗ ਵਿਅਕਤੀਆਂ ਨੂੰ, ਬੇਸਹਾਰਾ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਪਰ ਕੋਵਿਡ ਪੇਸ਼ੈਂਟ ਨਹੀਂ ਹੈਗੇ। ਨਹੀਂ, ਹਾਂ, ਉਹਨਾਂ ਨੂੰ ਜਾਂਦਾ ਹੈ। ਔਰ ਉਹਦੇ ਵਿੱਚ ਸਰਦਾਰ ਅਮਰੀਕ ਸਿੰਘ ਜੀ ਸਾਡੇ ਨਾਲ ਨੇ, ਇਹਨਾਂ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਸਰਦਾਰ ਗੁਰਜਿੰਦਰ ਸਿੰਘ ਜੀ ਜੋ ਨੇ ਇਹਨਾਂ ਦੇ ਪਿੰਡ ਦੇ ਨੇ, ਇਹਨਾਂ ਤੋਂ ਇਹਨਾਂ ਨੇ ਸੇਵਾਵਾਂ ਚਲਾਈਆਂ ਸੀ ਪਿਛਲੇ 4 ਸਾਲ ਤੋਂ। ਔਰ ਜੋ ਗੁਰੂ ਕੀ ਰਸੋਈ ਹੈ ਇਹਨੂੰ ਮਤਲਬ ਜੇ ਸਹੀ ਮੈਨੇਜ ਪੁੱਛੋ, ਇਹਨੂੰ ਮੈਨੇਜ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈ। ਸੋ ਗੁਰਜਿੰਦਰ ਸਿੰਘ ਜੀ ਨਾਲ ਹੀ ਗੱਲ ਕਰਦੇ ਹਾਂ। ਭਾਈ ਸਾਹਿਬ, ਸਰਦਾਰ ਅਮਰੀਕ ਸਿੰਘ ਜੀ, ਤੁਸੀਂ ਦੱਸੋ ਕਿ ਖਾਣਾ ਜਿਹੜਾ ਹੈਗਾ ਤੁਸੀਂ ਤਿਆਰ ਕਰਦੇ ਹੋ, ਕਿੱਥੇ ਤਿਆਰ ਹੁੰਦਾ ਹੈ, ਕੀ ਮੈਨਿਊ ਬਣਿਆ ਹੋਇਆ ਹੈ, ਡੇਲੀ ਅਲੱਗ-ਅਲੱਗ ਤਰ੍ਹਾਂ ਦਾ ਭੋਜਨ ਜਾਂਦਾ ਹੈ, ਕੀ ਹੁੰਦਾ ਇੱਕ ਟਿਫਨ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜੋਬ ਤੋਂ ਰਿਟਾਇਰ ਹੋ ਕੇ ਪਿਛਲੇ 4 ਸਾਲ ਤੋਂ ਇਹ ਸੇਵਾਵਾਂ ਨਿਭਾ ਰਿਹਾ ਹੈ। ਸਾਡੇ ਨਗਰ ਦੇ ਸਰਦਾਰ ਗੁਰਜਿੰਦਰ ਸਿੰਘ ਕੈਨੇਡਾ ਨਿਵਾਸੀ ਦੀ ਸੋਚ ਨੂੰ ਦਾਸ ਨੇ ਬਾਕੀ ਆਮ ਪਬਲਿਕ ਦੇ ਨਾਲ ਮਿਲ ਕੇ ਇਸ ਨੂੰ ਅਮਲੀ ਰੂਪ ਦਿੱਤਾ। ਅਸੀਂ ਜਿਵੇਂ ਕਿ ਬੇਰੁਜ਼ਗਾਰੀ ਵਧੀ ਹੈ ਇਸ ਮਹਾਮਾਰੀ ਦੇ ਵਿੱਚ, ਲੋਕ ਜਿਨ੍ਹਾਂ ਨੂੰ ਨੌਕਰੀਆਂ ਚਲੀ ਗਈਆਂ, ਇੱਥੋਂ ਤੱਕ ਕਿ ਪਰਿਵਾਰ ਵਾਲੇ ਵੀ ਆਪਣੇ ਮਾਤਾ ਪਿਤਾ ਨੂੰ ਵੀ ਖਾਣਾ ਦੇਣ ਤੱਕ ਤਿਆਰ ਨਹੀਂ, ਇਹੋ ਜਿਹੇ ਸਾਨੂੰ ਮਿਲੇ ਹਨ। ਉਹਨਾਂ ਬੇਸਹਾਰਾ, ਅੰਗਹੀਣ ਜਾਂ ਹਰ ਪੱਖ ਤੋਂ ਜੋ ਆਮਦਨ ਤੋਂ ਬੇਸਹਾਰਾ ਹਨ, ਉਮਰ ਦੇ ਲਿਹਾਜ਼ ਨਾਲ ਰੋਟੀ ਪਕਾ ਨਹੀਂ ਸਕਦੇ, ਕਿਸੇ ਦੂਜਿਆਂ ਤੇ ਨਿਰਭਰ ਰਹਿਣਾ ਪੈ ਰਿਹਾ। ਕੋਈ ਖਾਣਾ ਹੁੰਦਾ ਕਿੱਥੇ ਤਿਆਰ ਹੈ? ਉਹਨਾਂ ਨੇ ਕਿਹਾ ਨਾ ਤੁਹਾਡੇ ਸਿਰ ਤੇ ਸਾਰੀ ਸੇਵਾ ਹੈਗੀ, ਕਿੱਥੇ ਖਾਣਾ ਤਿਆਰ ਕਰਦੇ ਹੋ, ਕੀ ਮਟੀਰੀਅਲ ਹੁੰਦਾ ਹੈ, ਕੀ ਮੈਨਿਊ ਹੁੰਦਾ ਹੈ, ਉਹਦੇ ਬਾਰੇ ਦੱਸੋ। ਅਸੀਂ ਸ਼ੁਰੂਆਤ ਕੀਤੀ ਸੀ ਪਿੰਡ ਚੇਲਾ ਤੋਂ 2 ਮਹੀਨੇ ਪਹਿਲਾਂ, ਉਸ ਦਾ ਵਿਸਥਾਰ ਕਰਦੇ ਹੋਏ ਇਹ ਗੁਰੂ ਕੀ ਰਸੋਈ ਨਵਾਂ ਸ਼ਹਿਰ ਵਿੱਚ ਆਰੰਭ ਕੀਤੀ ਹੈ। ਇਸ ਦੇ ਵਿੱਚ ਅਸੀਂ ਕੁਝ ਖਾਸ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਜੋ ਅਸੀਂ ਰਾਸ਼ਨ ਕਲੈਕਟ ਕਰਦੇ ਹਾਂ ਗੁਰੂ ਕੀ ਰਸੋਈ ਦਾ, ਉਹ A1 ਟੌਪ ਕੁਆਲਿਟੀ ਦਾ ਹੋਣਾ ਚਾਹੀਦਾ, ਉਸ ਦੀ ਕੁਆਲਿਟੀ 'ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਦੂਸਰਾ ਸੁੱਚਮ, ਤੀਸਰਾ ਸਫਾਈ, ਤੇ ਚੌਥਾ ਉਹਨਾਂ ਦੀ ਪੌਸ਼ਟਿਕਤਾ ਦਾ ਵੀ ਧਿਆਨ ਰੱਖ ਕੇ ਮੈਨੂ ਬਣਾਇਆ ਗਿਆ ਹੈ। ਹਰ ਰੋਜ਼ ਮੈਨੂ ਬਦਲੀ ਹੁੰਦਾ ਹੈ, ਅਲੱਗ-ਅਲੱਗ ਤਰ੍ਹਾਂ ਦਾ ਭੋਜਨ ਉਸ ਦੇ ਵਿੱਚ, ਜਿਵੇਂ ਕਿ ਚੌਲ ਜਾਂ ਦਾਲ ਸਬਜ਼ੀ, ਇਹ ਹਰ ਰੋਜ਼ ਚੇਂਜ ਹੁੰਦਾ। ਇਸ ਤੋਂ ਇਲਾਵਾ ਫਰੂਟ ਵਗੈਰਾ, ਸਵੀਟਸ ਉਹ ਚੇਂਜ ਕਰ ਕਰਕੇ ਇਹ ਕਹਿ ਲਓ ਕਿ 10 ਦਿਨ ਲਗਾਤਾਰ ਅਲੱਗ-ਅਲੱਗ, ਪਹਿਲੇ ਮੈਨੂ ਦਾ ਨੰਬਰ 10 ਦਿਨ ਬਾਅਦ ਆਉਂਦਾ ਹੈ। ਬਹੁਤ ਬਣਾਉਂਦਾ ਕੌਣ ਹੈ ਸਾਰਾ ਖਾਣਾ? ਤੁਸੀਂ ਸਪੈਸ਼ਲ ਕਾਮੇ ਰੱਖੇ ਹੋਏ ਨੇ ਜਾਂ ਸੇਵਾਦਾਰ? ਸਾਡੇ ਕੋਲ ਜੋ ਲੰਗਰ ਬਣਾਉਣ ਦੀ ਸੇਵਾ ਸਰਦਾਰ ਜਸਪਾਲ ਸਿੰਘ ਜੀ, ਜੋ ਪਿਛਲੇ 40 ਸਾਲਾਂ ਤੋਂ ਦਿੱਲੀ ਦੇ ਗੁਰੂ ਘਰਾਂ ਦੇ ਵਿੱਚ ਲੰਗਰ ਦੀ ਸੇਵਾ ਨਿਭਾ ਰਹੇ ਸਨ, ਉਹ ਸਾਡੇ ਨਗਰ ਤੋਂ ਸਨ। ਅਸੀਂ ਉਹਨਾਂ ਨੂੰ ਸਪੈਸ਼ਲ ਬੇਨਤੀ ਕਰਕੇ ਇਸ ਰਸੋਈ ਦਾ ਕੰਮ ਚਲਾਉਣ ਲਈ ਬੁਲਾਇਆ ਗਿਆ। ਬੜੀ ਕਿਰਪਾ ਹੈ ਗੁਰੂ ਦੀ, ਉਹਨਾਂ ਬਹੁਤ ਵਧੀਆ ਤਰੀਕੇ ਨਾਲ ਲੰਗਰ ਬਣਾਉਣ ਦੀ ਸੇਵਾ ਕਰ ਰਹੇ ਹਨ। ਦੋਨੋਂ ਪਤੀ ਪਤਨੀ ਹਨ। ਇਸ ਤੋਂ ਇਲਾਵਾ ਨਵੇਂ ਸ਼ਹਿਰ ਦੀ ਸੰਗਤ ਬੀਬੀਆਂ ਨਿਸ਼ਕਾਮ, ਬਿਨਾਂ ਕਿਸੇ ਸ਼ਰਤ ਤੋਂ ਵਲੰਟੀਅਰ ਪ੍ਰਸ਼ਾਦੇ ਬਣਾਉਣ ਦੀ ਸੇਵਾ ਕਰ ਰਹੀਆਂ ਹਨ। ਜੋ ਨਵੇਂ ਸ਼ਹਿਰ ਦੀ ਪਬਲਿਕ ਜੋਬ ਤੋਂ ਰਿਟਾਇਰ ਜੋ ਸਿਆਣੇ ਲੋਕ ਹਨ, ਉਹ ਬਾਕੀ ਪੈਕਿੰਗ, ਟਿਫਨ ਦੀ ਸੇਵਾ, ਔਰ ਸਾਡੇ ਕੋਲ ਵਲੰਟੀਅਰ ਜੋ ਕਿ ਘਰ ਘਰ ਜਾ ਕੇ ਉਹਨਾਂ ਦੇ ਲੋੜਵੰਦਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਦੇ ਹਨ, ਉਹ ਵੀ ਵਲੰਟੀਅਰ 7-8 ਅਸੀਂ ਮੋਟਰਸਾਈਕਲ ਰੱਖੇ ਹੋਏ ਹਨ, ਟਿਫਨ ਰੱਖੇ ਹੋਏ ਹਨ, ਗੱਡੀ। ਇਹਨਾਂ ਵਲੰਟੀਅਰਾਂ ਬਾਰੇ ਮੈਂ ਪੁੱਛਣਾ ਸੀ ਕਿ ਜਿਵੇਂ ਤੁਸੀਂ ਭਾਈ ਸਾਹਿਬ ਨੇ ਕਿਹਾ ਸੀ ਕਿ ਪਰਿਵਾਰ ਵੀ ਖਾਣਾ ਦੇਣ ਤੋਂ ਡਰਦਾ ਹੈ ਕੋਵਿਡ ਦੇ ਮਰੀਜ਼ਾਂ ਨੂੰ, ਤੇ ਇਹ ਵਲੰਟੀਅਰ ਕੌਣ ਨੇ ਜਿਹੜੇ ਖਾਣਾ ਦੇਣ ਜਾਂਦੇ ਨੇ? ਇਹਨਾਂ ਨੂੰ ਡਰ ਨਹੀਂ ਲੱਗਦਾ ਉਹਨਾਂ ਕੋਲ ਜਾਣ ਤੋਂ? ਗੁਰਮੁਖ ਪਿਆਰੇ ਜੰਗ ਹੈਗੇ ਨੇ ਸਾਡੇ ਕੋਲ, ਆਪਣੀ ਉਹਨਾਂ ਦੀ ਜੋਬ ਹੈ ਜਾਂ ਆਪਣਾ ਬਿਜ਼ਨਸ ਹੈ, ਉਹ ਚੰਗੀ ਸੋਚ ਰੱਖਦੇ ਹਨ। ਉਹ ਇਸ ਭਲਾਈ ਦੇ ਕੰਮ ਵਿੱਚ ਵਲੰਟੀਅਰ ਆਏ ਹਨ ਅੱਗੇ, ਤਾਂ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਤਰ੍ਹਾਂ ਉਹਨਾਂ ਦੀ ਬਜ਼ੁਰਗਾਂ ਦੀ ਸੇਵਾ ਕਰੀਏ। ਉਹ ਬਿਨਾਂ ਸ਼ਰਤ ਤੋਂ 1-2 ਘੰਟੇ ਇਹ ਡਿਸਟ੍ਰੀਬਿਊਸ਼ਨ ਦੇ ਟਾਈਮ ਤੇ ਸਾਡੇ ਕੋਲ ਆਉਂਦੇ ਹਨ। ਉਹਨਾਂ ਦੀ ਕੋਈ ਡਿਮਾਂਡ ਨਹੀਂ ਆ, ਕੋਈ ਸੈਲਰੀ ਨਹੀਂ ਆ। ਤੇ ਇਹਨਾਂ ਦੀ ਤੁਸੀਂ ਪਛਾਣ ਕਿਵੇਂ ਕਰਦੇ ਹੋ ਕਿ ਜਿਵੇਂ ਕਿਹੜੇ ਲੋਕਾਂ ਨੂੰ ਤੁਸੀਂ ਫੂਡ ਪਹੁੰਚਾਉਣਾ ਹੈਗਾ, ਭੋਜਨ ਦੇਣਾ ਹੈ? ਕੋਵਿਡ ਦੇ ਮਰੀਜ਼ ਕਿੱਥੋਂ ਤੁਹਾਨੂੰ ਪਤਾ ਲੱਗਦਾ? ਇਹ ਤੁਹਾਨੂੰ ਖੁਦ ਸੰਪਰਕ ਕਰਦੇ ਨੇ? ਇਸ ਦੇ ਲਈ ਅਸੀਂ ਸਰਦਾਰ ਸੁਰਜੀਤ ਸਿੰਘ ਹੁਣੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਨਾਲ ਮਿਲ ਕੇ ਘਰ ਘਰ ਜਾ ਕੇ ਉਹਨਾਂ ਦਾ ਵੈਰੀਫਾਈਡ ਕੀਤਾ। ਉਹਨਾਂ ਨੂੰ ਲੋਕ ਜਦੋਂ ਐਡ ਪਾਈ ਅਸੀਂ ਮੀਡੀਆ ਦੇ ਜ਼ਰੀਏ, ਸਾਡੇ ਕੋਲ ਬਹੁਤ ਸਾਰੇ ਨਾਮ ਆਏ ਹਨ, ਜਿਵੇਂ ਕਿ 200-300 ਦੇ ਕਰੀਬ। ਉਹਨਾਂ ਦੇ ਵਿੱਚੋਂ ਅਸੀਂ 100 ਸਾਡੀਆਂ ਸ਼ਰਤਾਂ ਮੁਤਾਬਕ ਬਿਲਕੁਲ ਹੀ ਬੇਸਹਾਰਾ ਹਨ, ਉਹਨਾਂ ਨੂੰ ਲੋੜ ਹੈ, ਉਹ ਉਹਨਾਂ ਦੇ ਘਰ ਤੱਕ ਪਹੁੰਚ ਕੇ ਇਨਕੁਆਇਰੀ ਕਰਕੇ ਜਾਂ ਪਿੰਡ ਦੇ ਮੋਹਤਬਾਰ ਬੰਦਿਆਂ ਤੋਂ ਇਨਕੁਆਇਰੀ ਕਰਕੇ ਅਸੀਂ ਉਸ ਦਾ ਆਪਣੀ ਰਜਿਸਟਰ ਦੇ ਵਿੱਚ ਨਾਂ ਐਂਟਰੀ ਕਰਦੇ ਹਨ।
ਸਾਨੂੰ ਲੱਗਦਾ ਹੈ ਕਿ ਬਿਲਕੁਲ ਯੋਗ ਹਨ ਅਤੇ ਅਸੀਂ ਉਸ ਦਾ ਦੂਜੇ ਦਿਨ ਤੋਂ ਸਰਵਿਸ ਸ਼ੁਰੂ ਕਰਦੇ ਹਾਂ। ਤੇ ਇਹ ਜਿਹੜਾ ਭੋਜਨ ਦੇਣ ਦਾ ਜਿਹੜਾ ਤੁਹਾਡਾ ਉਪਰਾਲਾ ਹੈ ਇਹ ਗਿਣਤੀ ਇੱਥੋਂ ਤੱਕ ਸੀਮਿਤ ਰਹੂ ਕਿ ਵਧਾਉਣੀ ਹੈ ਤੁਸੀਂ? ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਅਸੀਂ ਜਿਹੜਾ ਸਟਾਰਟ ਜੋ ਕੀਤਾ ਇੱਕ ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਐਡ, ਪ੍ਰਿੰਟ ਮੀਡੀਆ ਤੇ, ਲੋਕਲ ਚੈਨਲਸ ਤੇ ਔਰ ਗੁਰਦੁਆਰਿਆਂ ਵਿੱਚ ਅਨਾਉਂਸਮੈਂਟ ਕਰਾ ਕੇ, ਪਿੰਡਾਂ 'ਚ ਅਨਾਉਂਸਮੈਂਟ ਕਰਾ ਕੇ ਕਿ ਸਾਨੂੰ ਇਦਾਂ ਦੇ ਲੋਕ ਦੱਸੋ, ਤਾਂ ਕਿ ਜਿਸ ਤਰ੍ਹਾਂ ਅਸੀਂ ਬੰਗਾ 'ਚ ਵੀ ਹੁਣ ਸਟਾਰਟ ਕਰ ਰਹੇ ਹਾਂ ਕਿ ਹਰ ਜਗ੍ਹਾ ਤੇ ਸਾਨੂੰ ਉਹ ਲੋਕ ਮਿਲਣ ਬੇਸਹਾਰਾ ਹੋਣ, ਅੰਗਹੀਣ ਹੋਣ, ਜਿਹੜੇ ਆਪਣੀ ਖਾਣਾ ਮੈਨੇਜ ਨਹੀਂ ਕਰ ਸਕਦੇ, ਮੁੱਲ ਵੀ ਨਹੀਂ ਖਰੀਦ ਸਕਦੇ, ਬਣਾ ਵੀ ਨਹੀਂ ਸਕਦੇ। ਤਾਂ ਉਹ ਸਾਡੇ ਕੋਲ ਲੋਕਾਂ ਦੀਆਂ ਬਹੁਤ ਮੈਸੇਜ ਆਇਆ ਜਾਂ ਸਾਨੂੰ ਪਤਾ ਚੱਲਿਆ। ਫਿਰ ਮੈਂ ਔਰ ਸਰਦਾਰ ਅਮਰੀਕ ਸਿੰਘ ਜੀ ਅਸੀਂ ਦੋਨਾਂ ਨੇ ਪਿੰਡ ਘਰ ਘਰ ਵਿਜ਼ਿਟ ਕੀਤਾ ਔਰ ਉਸ ਤੋਂ ਆਇਡੈਂਟੀਫਾਈ ਕਰਕੇ ਸਾਨੂੰ ਅੱਜ ਤੱਕ 70 ਦੇ ਕਰੀਬ ਪਰਿਵਾਰ ਇੱਦਾਂ ਦੇ ਮਿਲੇ, ਪਰਿਵਾਰ ਕਹਿ ਲਓ ਜਾਂ ਵਿਅਕਤੀ ਕਹਿ ਲਓ, ਜਿਨ੍ਹਾਂ ਨੂੰ ਜਿਹੜੇ ਲੋੜਵੰਦ ਸੀਗੇ। ਤੇ ਉਹ ਤੁਸੀਂ ਹੁਣ ਯਾਨੀ ਕਿ ਹੁਣ ਬੰਗੇ ਦੇ ਵਿੱਚ ਵੀ ਇਹ ਸੇਵਾ ਸ਼ੁਰੂ ਕਰਨ ਜਾ ਰਹੇ ਹੋ? ਹਾਂਜੀ, ਇਹ ਸੇਵਾ ਹੁਣ ਬੰਗੇ 'ਚ ਮੈਂ ਤੇ ਪਿਛਲੇ ਹਫਤੇ ਸ਼ੁਰੂ ਕਰਨੀ ਚਾਹੁੰਦਾ ਸੀ, ਸਾਨੂੰ ਅਜੇ ਇੱਥੇ ਲੋੜਵੰਦ ਨਹੀਂ ਸੀ ਆਇਡੈਂਟੀਫਾਈ ਹੋ ਰਿਹਾ। ਹੁਣ ਸਤਵੀਰ ਸਿੰਘ ਹੁਣੀ, ਹੋਰ ਸਾਡੇ ਕੁਝ ਮੈਂਬਰ ਨੇ ਜਿਹੜੇ ਬਾਗੀ ਸਾਹਿਬ ਨੇ, ਸਾਮਰਜੀਤ ਸਿੰਘ ਜੀ, ਇਹਨਾਂ ਦੀ ਡਿਊਟੀਆਂ ਲਗਾਈਆਂ ਨੇ, ਅੱਜ ਕੁਝ ਆਇਡੈਂਟੀਫਾਈ ਕੀਤੇ ਨੇ ਤੇ ਅਸੀਂ ਅੱਜ ਇਹਨਾਂ ਦੇ ਨਾਲ ਜਾ ਕੇ ਵੈਰੀਫਾਈ ਕਰਾਂਗੇ। ਤੇ ਫੰਡਿੰਗ ਹੈ ਜਿਹੜੀ ਉਹ ਹੈਗੀ ਹੈ ਤੁਹਾਡੇ ਕੋਲ ਇੰਨੀ ਸਫੀਸ਼ੀਐਂਟ ਵੀ ਜਿੰਨੇ ਵੀ ਲੋੜਵੰਦ ਆਉਣ ਤੁਹਾਡੇ ਕੋਲ ਤੁਸੀਂ ਉਹਨਾਂ ਦੀ ਸੇਵਾ ਕਰ ਸਕਦੇ ਹੋ? ਮੈਂ ਸ਼ਾਇਦ ਪਹਿਲੇ ਆਫ ਦਾ ਕੈਮਰਾ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇਸ ਸੇਵਾ ਲਈ ਸਾਨੂੰ ਜੋ ਗੁਰਜਿੰਦਰ ਸਿੰਘ ਟੇਡਾ 'ਚ ਰਹਿੰਦੇ ਨੇ, ਉਹਨਾਂ ਨੇ ਕਿਹਾ ਸੀ ਕਿ ਮੈਂ ਸਾਰੀ ਸੇਵਾ ਇਹ ਮੇਰੇ ਵੱਲੋਂ ਚੱਲੇ, ਬਸ ਤੁਸੀਂ ਉਹਨੂੰ ਮੈਨੇਜ ਕਰੋ ਜਾਂ ਉਹਦੇ ਲਈ ਵਧੀਆ ਤੁਸੀਂ ਵਲੰਟੀਅਰ ਜਾਂ ਸੇਵਾਵਾਂ ਚਲਾਓ। ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਸੇਵਾ ਕਰਨ ਦੀ ਗਿਣਤੀ ਘੱਟ ਨਹੀਂ ਹੈ, ਸਾਰੇ ਬੰਦੇ ਨਿਸ਼ਕਾਮ ਸੇਵਾ ਕਰਦੇ ਨੇ। ਸਵੇਰੇ ਆ ਕੇ ਤਕਰੀਬਨ 20-25 ਬੰਦਿਆਂ ਦੀ ਟੀਮ ਹੈ ਜਿਹੜੀ ਇਹ ਖਾਣਾ ਤਿਆਰ ਕਰਦੀ ਹੈ। ਔਰ ਜਿੱਥੋਂ ਤੱਕ ਸਵਾਲ ਫਾਈਨੈਂਸ ਦਾ ਹੈ, ਮੈਂ ਕਹਾਂਗਾ ਪਿਛਲੇ 1-1.5-2 ਮਹੀਨੇ ਦੇ ਵਿੱਚ ਜਦੋਂ ਤੋਂ ਅਸੀਂ ਸ਼ੁਰੂ ਕੀਤੀ ਹੈ, ਇੰਨਾ ਲੋਕਾਂ ਵੱਲੋਂ ਰਿਸਪੌਂਸ ਆ ਰਿਹਾ, ਪੈਸੇ ਵੱਲੋਂ, ਰਾਸ਼ਨ ਵੱਲੋਂ, ਤੇ ਮੈਂ ਕੁਝ ਜ਼ਿਆਦਾ ਬਿਆਨ ਨਹੀਂ ਕਰ ਸਕਦਾ, ਮਗਰ ਐਕਸਪੈਕਟੇਸ਼ਨ ਤੋਂ ਕਿਤੇ ਜ਼ਿਆਦਾ ਲੋਕ ਰਿਸਪੌਂਸ ਦੇ ਰਹੇ ਨੇ। ਤੇ ਆਖਰੀ ਸਵਾਲ ਮੈਂ ਤੁਹਾਡੇ ਤੋਂ ਪੁੱਛਾਂਗੀ ਕਿ ਲੋਕ ਤੁਹਾਨੂੰ ਸੰਪਰਕ ਕਿੱਥੇ ਕਰ ਸਕਦੇ ਨੇ ਜਿਹੜੇ ਵੀ ਲੋੜਵੰਦ ਨੇ, ਕਿਉਂਕਿ ਸੇਵਾਵਾਂ ਤੁਹਾਡੀਆਂ ਬਹੁਤ ਨੇ, ਇਕੱਲਾ ਭੋਜਨ ਨਹੀਂ ਹੈ, ਦਵਾਈਆਂ ਵੀ ਨੇ ਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਨੇ। ਕਿੱਥੇ ਤੁਹਾਨੂੰ ਲੋਕ ਸੰਪਰਕ ਕਰ ਸਕਦੇ ਨੇ ਲੋੜਵੰਦ ਲੋਕ? ਉਹਨਾਂ ਨੂੰ ਅਸੀਂ ਨਾ 2-1 ਤੇ ਜਿਹੜੀ ਗੁਰੂ ਕੀ ਰਸੋਈ ਹੈ ਉਹਦੇ ਲਈ ਅਸੀਂ ਇੱਕ ਸਿੰਗਲ ਨੰਬਰ ਰੱਖਿਆ ਹੈ, ਉਹ ਸਰਦਾਰ ਅਮਰੀਕ ਸਿੰਘ ਦਾ ਨੰਬਰ ਹੈ। ਉਹੀ ਨੰਬਰ ਦੇ ਉੱਤੇ ਲੋਕ ਸੰਪਰਕ ਕਰਦੇ ਨੇ, ਫਿਰ ਮੈਨੂੰ ਮੈਸੇਜ ਦਿੰਦੇ ਨੇ ਜਾਂ ਸੇਮ ਉਹ ਨੰਬਰ ਜ਼ਰੂਰ ਦੱਸ ਦਿਓ। ਉਹ ਨੰਬਰ ਹੈ ਜੀ 62394 10177। ਪੰਜਾਬੀ ਚ ਵੀ ਦੱਸ। 62394 10177। ਉਹ ਮੈਸੇਜ ਫੋਨ ਜਾਂ ਮੈਸੇਜ ਇਹਨਾਂ ਕੋਲ ਹੀ ਆਉਂਦਾ ਹੈ, ਇਮੀਡੀਏਟਲੀ ਮੈਨੂੰ ਫਾਰਵਰਡ ਕਰ ਦਿੰਦੇ ਨੇ ਤੇ ਅਸੀਂ ਉਸੇ ਦਿਨ ਹੀ ਸ਼ਾਮ ਨੂੰ, ਲੇਟ ਨਹੀਂ ਕਰੀਦਾ, ਸੇਮ ਡੇ ਸ਼ਾਮ ਨੂੰ, ਚਾਹੇ ਦੂਰ ਵੀ ਹੋਵੇ ਪਿੰਡ, ਅਸੀਂ ਉਹ ਵੈਰੀਫਾਈ ਕਰਕੇ ਆ ਕੇ ਨੈਕਸਟ ਡੇ ਉਹਦੀ ਅਗਰ ਉਹ ਫਿੱਟ ਹੈ ਸਾਡੇ ਪੈਰਾਮੀਟਰ ਦੇ ਮੁਤਾਬਕ ਤਾਂ ਨੈਕਸਟ ਡੇ ਉਹਦਾ ਖਾਣਾ ਸਟਾਰਟ। ਤੇ ਬਾਕੀ ਸੇਵਾਵਾਂ ਲਈ ਕਿੱਥੇ ਸੰਪਰਕ ਕਰਾਂ? ਬਾਕੀ ਸੇਵਾਵਾਂ ਲਈ ਸਾਡੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਹੈ, ਉਹ 'ਚ ਦਾਸ ਮੁਖ ਸੇਵਾਦਾਰ ਹੈ, ਉਹਦਾ ਚੰਡੀਗੜ੍ਹ ਰੋਡ ਤੇ ਸਾਡਾ ਮੇਨ ਆਫਿਸ ਹੈ, ਉਸ਼ੋਤਾਰਾ ਹਸਪਤਾਲ ਦੇ ਨਾਲ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਉੱਥੇ ਸਾਡੀ ਡਿਸਪੈਂਸਰੀ ਚੱਲ ਰਹੀ ਹੈ। ਨੰਬਰ ਜ਼ਰੂਰ ਦੇ ਦਿਓ। ਹਾਂ, ਇੱਕ ਡਿਸਪੈਂਸਰੀ ਚੱਲ ਰਹੀ ਹੈ, ਹੋਮੋਪੈਥਿਕ ਡਿਸਪੈਂਸਰੀ ਚੱਲ ਰਹੀ ਹੈ, ਲੈਬੋਰਟਰੀ ਚੱਲ ਰਹੀ ਹੈ। ਅਸੀਂ ਉਹਨੂੰ ਫੁੱਲ ਫਲੈਜ ਥੋੜ੍ਹੀ ਟਾਈਮ ਦੇ ਵਿੱਚ ਅਸੀਂ ਉਹਨੂੰ ਮਿੰਨੀ ਹਸਪੀਟਲ ਬਣਾਉਣ ਜਾ ਰਹੇ ਹਾਂ ਤੇ ਉੱਥੇ ਦਾ ਨੰਬਰ ਹੈ 94-178 92500 94178 92500। ਇੱਕ ਹੋਰ ਨੰਬਰ ਹੈ ਉੱਥੇ ਦਾ 981436 65913। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਸਾਰੀ ਜਿਹੜੀ ਟੀਮ ਹੈਗੀ ਹੈ ਇਹ ਜੁਟੀ ਹੋਈ ਹੈ, ਸਾਰੇ ਜਿਹੜੇ ਭਾਈ ਸਾਹਿਬ ਹੈਗੇ ਨੇ ਰਿਟਾਇਰ ਹੋ ਚੁੱਕੇ ਨੇ ਆਪਣੀਆਂ ਸੇਵਾਵਾਂ ਤੋਂ, ਤੇ ਨਾਲ ਨੌਜਵਾਨਾਂ ਦੀ ਵੀ ਟੀਮ ਹੈ, ਬੀਬੀਆਂ ਦੀ ਟੀਮ ਹੈ। ਨੰਬਰ ਜਿਹੜੇ ਫਲੈਸ਼ ਹੋ ਰਹੇ ਨੇ ਸਕਰੀਨ ਤੇ, ਇਹਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਲੋੜ ਹੈ। ਪਰ ਸੱਚਮੁੱਚ ਲੋੜਵੰਦ ਲੋਕ ਨੇ ਜਿਹੜੇ ਉਹ ਹੀ ਸੰਪਰਕ ਕਰਨ, ਕਿਉਂਕਿ ਫਿਰ ਆਇਡੈਂਟੀਫਾਈ ਕਰਨਾ ਪੈਂਦਾ ਹੈ, ਸੇਵਾਦਾਰਾਂ ਦੀ ਭਕਾਈ ਨਾ ਹੋਵੇ। ਇਸ ਕਰਕੇ ਜ਼ਰੂਰ ਉਹੀ ਜਿਹੜੇ ਲੋਕ ਨੇ ਜਿਹੜੇ ਲੋੜਵੰਦ ਨੇ, ਸੱਚਮੁੱਚ ਜਿਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ, ਉਹ ਸੰਪਰਕ ਕਰ ਸਕਦੇ ਨੇ। ਤੇ ਅਸੀਂ ਵੀ ਜ਼ਰੂਰ ਇਹੋ ਜਿਹੀਆਂ ਸੰਸਥਾਵਾਂ ਦੇ ਲਈ ਅਰਦਾਸ ਕਰਦੇ ਹਾਂ ਹਮੇਸ਼ਾ ਕਿ ਇਹੋ ਜਿਹੀਆਂ ਸੰਸਥਾਵਾਂ ਵੱਧਦੀਆਂ ਫੁੱਲਦੀਆਂ ਰਹਿਣ ਤੇ ਪਾਰਦਰਸ਼ੀ ਤਰੀਕੇ ਦੇ ਨਾਲ ਉਹ ਸੇਵਾ ਕਰਦੀਆਂ ਰਹਿਣ। ਬੰਗਾ ਤੇ ਨਵਾਂ ਸ਼ਹਿਰ ਜਿਹੜਾ ਹੈਗੇ ਨੇ ਇਲਾਕੇ, ਉਹਨਾਂ ਦੇ ਵਿੱਚ ਇਹਨਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ। 500 ਬੰਦੇ ਦਾ ਹੈ ਮਿਨੀਮਮ ਕਿ 500 ਟਿਫਨ ਜਿਹੜਾ ਅਸੀਂ ਇਮੀਡੀਏਟਲੀ ਵਿਦਨ 2 ਮੰਥਸ ਜਾਂ 3 ਮੰਥਸ ਆਪਾਂ ਇੱਥੋਂ ਤੱਕ ਲੈ ਕੇ ਜਾਈਏ, ਤਾਂ ਕਿ 400 ਤੋਂ ਲੈ ਕੇ 500 ਤੱਕ ਬੰਦਿਆਂ ਨੂੰ ਅਸੀਂ ਸਰਵ ਕਰ ਸਕਦੇ ਹਾਂ। ਔਰ ਜਿਹੜਾ ਸਰਦਾਰ ਗੁਰਜਿੰਦਰ ਸਿੰਘ ਜੀ ਦਾ ਨਿਸ਼ਾਨਾ, ਉਹ ਚਾਹੁੰਦੇ ਨੇ ਕਿ ਨਵਾਂਸ਼ਹਿਰ ਡਿਸਟ੍ਰਿਕਟ, ਹੁਸ਼ਿਆਰਪੁਰ ਡਿਸਟ੍ਰਿਕਟ, ਈਵਨ ਰੋਪੜ ਡਿਸਟ੍ਰਿਕਟ, ਫਗਵਾੜਾ, ਜਿੰਨਾ ਵੀ ਸਰਾਊਂਡਿੰਗ ਡਿਸਟ੍ਰਿਕਟ ਜਾਂ ਸਰਾਊਂਡਿੰਗ ਤਹਿਸੀਲ ਹੈ, ਉਹ ਸਾਰੀਆਂ ਕਵਰ ਕੀਤੀਆਂ ਜਾਣ ਔਰ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਜਿਹੜੇ ਸਾਰੇ ਜਿਹੜੇ ਨਵਾਂ ਸ਼ਹਿਰ ਤੇ ਬੰਗਾ ਦੇ ਜਿਹੜੇ ਲੋੜਵੰਦ ਲੋਕ ਨੇ ਉਹੀ ਸੰਪਰਕ ਕਰਨ, ਅੱਗੇ ਹੁਸ਼ਿਆਰਪੁਰ ਤੱਕ ਵੀ ਸੇਵਾਵਾਂ ਵਧਾਉਣਗੇ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਬੰਗਾ ਤੋਂ ਖਾਸ ਰਿਪੋਰਟ।